ਪਟਿਆਲਾ ਦੀ ਸਨੌਰੀ ਮੰਡੀ ਦੇ ਬਾਹਰ ਯਾਨੀ ਕਿ ਵੱਡੀ ਨਦੀ ਦੇ ਪੁਲ ਦੇ ਉੱਤੇ ਧਰਨਾ ਲਗਾਇਆ ਗਿਆ ਹੈ। ਇਸ ਵਕਤ ਰੋਡ ਜਾਮ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਨੌਰ ਦੇ ਐਮਐਲਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਖੁਦ ਇਸ ਧਰਨੇ ਦੇ ਉੱਤੇ ਬੈਠੇ ਹੈ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿ ਅੱਜ ਕੀ ਜ਼ਰੂਰਤ ਪੈ ਗਈ ਹੈ ਜਿਹੜਾ ਆਪਾਂ ਧਰਨਾ ਇੱਥੇ ਲਗਾ ਦਿੱਤਾ ਹੈ ਜੀ। देखो दो चार वारी जाम लाने की तैयारी हुई सनौर के आड़तियां वालों किसानों वालों पर प्रशासन के विश्वास से चकते रहे पर अज अक के थक के जिहड़ा हैगा ये स्टैप लेना पिया। अज तां बैठे हाँ क्योंकि बारदाने का कोई प्रबंध नहीं हैगा मंडियां दे विच ते जिहड़ा सरकार ने 1 तरीक नूं खरीद शुरू होनी हुंदी है 2-2.5 महीने पहलां कर लैंदियां सरकारां। रूटीन का वर्क हुंदा है खरीद दे विच पर 10 तरीक डेट भी ਵਧਾਈ ਉਹਦੇ ਬਾਵਜੂਦ ਵੀ ਜਿਹੜਾ ਇਹ ਪ੍ਰਬੰਧ ਨਹੀਂ ਕਰ ਸਕੇ। 16 ਤਰੀਕ ਨੂੰ B ਕਲਾਸ ਦੇ ਟੈਂਡਰ ਖੁੱਲੇ ਉਹਨੂੰ ਵੀ 3 ਦਿਨ ਹੋ ਗਏ ਹਜੇ ਤੱਕ ਕੋਈ ਥੋੜਾ ਪਤਾ ਨਹੀਂ। ਅੱਜ GMN ਦੇ ਅਧਿਕਾਰੀ ਆਏ ਉਹ ਹੱਥ ਖੜੇ ਕਰਕੇ ਕਹਿੰਦੇ ਸਾਡੇ ਕੋਲ ਤਾਂ ਬਾਰਦਾਨਾ ਹੈ ਹੀ ਨਹੀਂ। ਹੁਣ ਕਿੱਧਰ ਜਾਣ? ਫਸਲਾਂ ਮੰਡੀ 'ਚ ਪਈਆਂ ਐਤਵਾਰ ਨੂੰ ਮੀਂਹ ਦੱਸਿਆ ਹੋਇਆ ਸੀਗਾ ਚਲੋ ਪ੍ਰਮਾਤਮਾ ਦੀ ਮਿਹਰ ਰਹੀ ਪਰ ਹੁਣ ਫੇਰ ਮੌਸਮ ਖਰਾਬ ਹੋ ਰਿਹਾ ਕਿੱਥੇ ਲੈ ਕੇ ਜਾਵਾਂਗੇ ਫਿਰ ਗਿੱਲੀ ਫਸਲ ਨੂੰ? ਪੂਰੇ ਪੰਜਾਬ 'ਚ ਤਾਂ ਨਹੀਂ ਮਿਹਰ ਰਹੀ ਜੀ, ਕਈ ਥਾਵਾਂ ਤੇ ਓਲੇ ਵੀ ਪਏ ਆ, ਮੀਂਹ ਵੀ ਪਿਆ। ਕਿਸਾਨ ਦਾ ਮਤਲਬ ਉਹੀ ਭਾਗ ਹੈ, ਫਿਰ ਉਹ ਮੰਡੀਆਂ ਦੇ ਵਿੱਚ ਧੱਕੇ ਖਾ ਰਿਹਾ। ਸਰਕਾਰਾਂ ਕਹਿ ਰਹੀਆਂ ਕਿ ਅਸੀਂ 95% ਦੀ ਜਿਹੜੀ ਹੈ ਕਣਕ ਚੱਕ ਲਿੱਤੀ ਹੈ। ਤੁਸੀਂ ਕਹਿੰਦੇ ਹੋ ਹਜੇ ਵਾਰਦਾਨਾ ਨਹੀਂ ਆਇਆ। ਚਲੋ ਇਹ ਟੈਂਡਰ ਦੇਖਣ ਨੂੰ ਮਿਲਿਆ ਕਿ 16 ਤਰੀਕ ਨੂੰ ਟੈਂਡਰ ਪਾਇਆ ਗਿਆ। ਜਦੋਂ ਟੈਂਡਰ ਹੀ 16 ਤਰੀਕ ਨੂੰ ਹੋਊਗਾ ਤੇ ਵਾਰਦਾਨਾ ਕਿੱਥੋਂ ਆ ਜਾਊਗਾ? ਇਸ ਦੇ ਵਿੱਚ ਕਿਸਾਨ ਦਾ ਕੀ ਕਸੂਰ ਹੈ? ਦੇਖੋ ਮੈਂ ਇਹੀ ਕਹਿ ਰਿਹਾ ਜਿਹੜੇ ਰੂਟੀਨ ਦੇ ਕੰਮ ਹੁੰਦੇ ਨੇ ਇੱਥੇ ਇੰਸਪੈਕਟਰਾਂ ਨੂੰ ਭੇਜਦੇ ਨੇ ਮੰਡੀਆਂ 'ਚ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਏਸੀ ਦੀ ਠੰਡੀਆਂ ਹਵਾਵਾਂ 'ਚ ਬੈਠੇ ਨੇ ਉਹਨਾਂ ਨੂੰ ਭੇਜਣ ਮੰਡੀਆਂ 'ਚ ਜਿਹੜੇ ਕਹਿ ਰਹੇ ਆ 95% ਖਰੀਦ ਹੋ ਗਈ ਆ ਕੇ ਦੇਖਣ ਮੰਡੀਆਂ 'ਚ ਹਾਲ ਕੀ ਆ। ਸੋ ਮੈਂ ਸੁੱਤੀ ਪਈ ਆ ਕੁਝ ਹੀ ਮਿੰਟਾਂ ਦੀ ਦੂਰੀ ਤੇ ਹੈ ਪੁਲ CM ਸਾਹਿਬ ਦੇ ਆਪਣੇ ਮੋਤੀ ਮਹਿਲ ਤੋਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਆ ਪੁਲ। ਕੋਈ ਅਫਸਰ ਤੱਕ ਪੁੱਛਣ ਤੱਕ ਨਹੀਂ ਆਇਆ ਹੈਗਾ। DC ਸਾਹਿਬ ਨੂੰ ਆਪ ਆਉਣਾ ਚਾਹੀਦਾ ਸੀਗਾ। ਇਸ ਜ਼ਿਲ੍ਹੇ 'ਚ ਇੰਨੇ ਵਜ਼ੀਰ ਨੇ ਉਹ ਕਾਹਦੇ ਵਾਸਤੇ ਬਣਾਏ ਨੇ? ਵਜ਼ੀਰ ਕਾਹਦੇ ਵਾਸਤੇ ਹੁੰਦੇ ਆ ਸਰਕਾਰਾਂ 'ਚ ਜੇ ਲੋਕਾਂ ਦੀ ਆ ਕੇ ਸਾਰ ਹੀ ਨਹੀਂ ਲੈਣੀ, ਲੋਕਾਂ ਨੂੰ ਆ ਕੇ ਪੁੱਛਣੇ ਨਹੀਂ ਵੀ ਭਾਈ ਸਮੱਸਿਆ ਕੀ ਆ, ਕੋਈ ਭਰੋਸਾ ਦਿਵਾਓ, ਕੋਈ ਦੱਸੋ ਵੀ ਅਸੀਂ ਇੰਨੀ ਤਰੀਕ ਤੱਕ ਕੋਈ ਜਾਣਕਾਰੀ ਤਾਂ ਦਿਓ। ਕੁਛ ਵੀ ਨਹੀਂ ਬਸ ਹੱਥ ਖੜੇ ਆ ਵੀ ਫਿਰ ਕਿੱਥੇ ਲੈ ਕੇ ਜਾਣ ਫਸਲ? ਦੇਖੋ ਦੋ ਗੱਲਾਂ ਹੈ ਜਾਂ ਤਾਂ ਪੰਜਾਬ ਸਰਕਾਰ ਦੀ ਨਲਾਇਕੀ ਆ ਜਾਂ ਕਮਜ਼ੋਰੀ ਆ। ਕਮਜ਼ੋਰੀ ਇਸ ਗੱਲ ਤੇ ਆ ਵੀ ਜੇ ਤਾਂ ਜਿਹੜੀ ਮੋਦੀ ਸਰਕਾਰ ਦੀ ਨੀਤੀ ਆ ਵੀ ਕਿਸਾਨਾਂ ਨੂੰ ਇੰਨਾ ਤੰਗ ਕਰ ਦੋ ਆੜ੍ਹਤੀਆਂ ਨੂੰ ਇੰਨਾ ਤੰਗ ਕਰ ਦੋ ਵੀ ਇਹ ਸਰੈਂਡਰ ਕਰ ਦੇਣ ਸਰਕਾਰ ਦੀਆਂ ਪਾਲਿਸੀਆਂ ਥੱਲੇ ਵੀ ਜਿਵੇਂ ਮਰਜ਼ੀ ਤੁਸੀਂ ਕਰ ਲਓ ਜੀ। ਜਾਂ ਤਾਂ ਉਹਦੀ ਕੜੀ ਬਣ ਰਹੀ ਆ ਪੰਜਾਬ ਸਰਕਾਰ ਕਮਜ਼ੋਰੀ ਥੱਲੇ ਗੋਡੇ ਟੇਕੇ ਆ ਜਾਂ ਫਿਰ ਨਲਾਇਕੀ ਆ ਵੀ ਤੁਸੀਂ 1 ਤਰੀਕ ਤੋਂ 2.5 ਮਹੀਨੇ ਪਹਿਲਾਂ ਜਿਹੜਾ ਕੰਮ ਹੋ ਜਾਣਾ ਚਾਹੀਦਾ ਸੀ ਤੁਸੀਂ ਅੱਜ 1 ਤਰੀਕ ਤੋਂ 16 ਤਰੀਕ ਹੋ ਗਈ ਤੁਸੀਂ ਹੁਣ ਤੱਕ 19 ਤਰੀਕ ਹੋ ਗਈ ਹੁਣ ਤੱਕ ਨਹੀਂ ਤੁਸੀਂ ਪ੍ਰਬੰਧ ਕਰ ਸਕੇ। ਸੋ ਹੈ ਕਿੱਥੇ CM ਸਾਹਿਬ? ਸਾਨੂੰ ਸਮਝ ਹੀ ਨਹੀਂ ਆ ਰਿਹਾ ਹੈਗਾ। ਨਾ ਕੋਈ ਉਹਨਾਂ ਦਾ ਬਿਆਨ ਆ ਰਿਹਾ ਨਾ ਕੁਝ ਹੋ ਰਿਹਾ। ਹੁਣ ਕਰੋਨਾ ਤੇ ਭਾਸ਼ਣ ਦੇਈ ਜਾ ਰਹੇ ਨੇ ਐਡੇ ਵੱਡੇ ਵੱਡੇ ਇਸ਼ਤਿਹਾਰ ਆ ਰਹੇ ਨੇ ਕਰੋਨਾ ਤੇ ਕਹਿੰਦੇ ਅਸੀਂ ਉਹ ਪੈਰਾਂ ਵਾਲੀਆਂ ਟੂਟੀਆਂ ਮੰਡੀਆਂ ਚ ਲਾਈਆਂ ਨੇ ਜਿਨ੍ਹਾਂ ਨਾਲ ਸੈਨੀਟਾਈਜ਼ਰ ਵੀ ਸਪਰੇਅ ਹੋਊਗਾ ਜਿਨ੍ਹਾਂ ਨਾਲ ਪਾਣੀ ਵੀ ਮਿਲੂਗਾ। ਪੈਰਾਂ ਵਾਲੀਆਂ ਟੁੱਟੀਆਂ ਦਾ ਕੀ ਮਿਲਣੀਆਂ? ਅਸੀਂ ਦੂਜਾ ਪਾਣੀ ਵੀ ਨਹੀਂ ਦਿਖ ਰਿਹਾ ਹੈਗਾ, ਨਾ ਪਾਣੀ ਨਾ ਸੈਨੀਟਾਈਜ਼ਰ ਨਾ ਮਾਸਕ। ਫਿਰ ਇਸ਼ਤਿਹਾਰ ਲੱਗ ਰਿਹਾ ਉਹ ਕਿੱਥੇ ਜਾ ਰਿਹਾ? ਸੋ ਕਰੋਨਾ ਤੇ ਖਰੀਦ ਦੇ ਨਾਂ ਦੇ ਉੱਤੇ ਮੈਂ ਮਾਰਕੀਟ ਕਮੇਟੀ DMO ਸਾਹਿਬ ਨੂੰ ਪੁੱਛਿਆ ਮੰਡੀ ਬੋਰਡ ਵਾਲਿਆਂ ਨੂੰ ਉਹ ਕਹਿੰਦੇ ਅਸੀਂ ਭੇਜਤੇ ਆ ਕਿਸਾਨ ਕਹਿੰਦੇ ਮੰਡੀਆਂ 'ਚ ਕਹਿੰਦੇ ਆਇਆ ਨਹੀਂ। ਫਿਰ ਉਹ ਗਿਆ ਕਿੱਥੇ? ਮਾਰਕੀਟ ਕਮੇਟੀ ਪਟਿਆਲਾ ਕਿੱਧਰ ਲੈ ਗਈ ਉਹ? ਸੋ ਇਹ ਚੀਜ਼ਾਂ ਬਹੁਤ ਕੁਛ ਆ। ਮੈਂ ਸਮਝਦਾ ਜਿਹੜਾ ਕੁਝ ਦੇਣਾ ਤਾਂ ਕੀ ਸੀਗਾ ਬਲਕਿ ਇਹਦੇ ਨਾਂ ਤੇ ਉੱਤੇ ਹਟ ਨਹੀਂ ਰਹੇ। ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ, ਤੁਸੀਂ ਵੀ ਅੱਜ ਇੱਥੇ ਸਨੌਰ ਤੋਂ MLA ਹੋ, ਤੁਸੀਂ ਵੀ ਪਹੁੰਚੇ ਹੋ। ਹੋਰ ਪਾਸੇ ਵੀ ਅਸੀਂ ਦੇਖ ਰਹੇ ਹਾਂ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਲੋਕ ਜੁੜੇ ਹੋਏ ਨੇ, ਅਧਿਕਾਰੀ ਨੇ ਜੋ ਨਾਲ ਜਥੇਦਾਰ ਨੇ, ਉਹ ਕਿਤੇ ਨਾ ਕਿਤੇ ਕਿਸਾਨ ਦੇ ਨਾਲ ਖੜ ਰਹੇ ਹੈ ਔਰ ਕਿਸਾਨ ਵੀ ਖੁਦ ਜਿਹੜਾ ਹੈ ਧਰਨੇ ਪ੍ਰਦਰਸ਼ਨ ਕਰ ਰਿਹਾ। ਜੇਕਰ ਗੱਲ ਕਰ ਲਈਏ ਸਰਹੰਦ ਰੋਡ ਮੰਡੀ ਦੇ ਵੀ ਧਰਨਾ ਹੋਇਆ, ਕੱਲ ਰਖੜਾ ਪਿੰਡ ਦੇ ਬਾਹਰ ਵੀ ਧਰਨਾ ਹੋਇਆ ਕਿਸਾਨਾਂ ਵੱਲੋਂ। ਬਾਰਦਾਨੇ ਦੀ ਸਮੱਸਿਆ ਹੀ ਦੇਖਣ ਨੂੰ ਮਿਲ ਰਹੀ ਹੈ। ਕੀ ਕਾਰਨ ਸਮਝਦੇ ਹੋ ਕਿ ਬਾਰਦਾਨਾ ਹਜੇ ਖਰੀਦਿਆ ਹੀ ਨਹੀਂ ਗਿਆ? ਜਾਂ ਫਿਰ ਜਿਸ ਤਰ੍ਹਾਂ ਕਿ ਤੁਸੀਂ ਵੀ ਕਿਹਾ ਤੇ ਕੱਲ ਜਿਹੜਾ ਪਰਸੋਂ ਧਰਨਾ ਲੱਗਿਆ ਉਹ 'ਚ ਕਿਸਾਨਾਂ ਨੇ ਵੀ ਕਿਹਾ ਕਿ ਸਰਕਾਰ ਇਸ ਤਰ੍ਹਾਂ ਪਰੇਸ਼ਾਨ ਕਰਨਾ ਚਾਹੁੰਦੀ ਹੈ ਵੀ ਕਿਸਾਨ ਅੱਕ ਕੇ ਪ੍ਰਾਈਵੇਟ ਕੰਪਨੀਆਂ ਨੂੰ ਹੀ ਕਣਕ ਵੇਚਣੀ ਸ਼ੁਰੂ ਕਰ ਦੇਵੇ। ਬਿਲਕੁਲ ਇਦਾਂ ਦੀ ਜਿਹੜਾ ਹੈਗਾ ਮਾਹੌਲ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਤੇ ਪੰਜਾਬ ਸਰਕਾਰ ਜੋ ਅੰਦੇਸ਼ੇ ਲੱਗ ਰਹੇ ਨੇ ਪੰਜਾਬ ਸਰਕਾਰ ਇਸੇ ਨੀਤੀ ਦੇ ਉੱਤੇ ਚੱਲਦੀ ਦਿਖਾਈ ਦੇ ਰਹੀ ਆ। ਤੇ ਉਹ ਮੈਂ ਸਮਝਦਾ ਵੀ ਪਰ ਇਹ ਹੁਣ ਲੋਕ ਅੱਕ ਗਏ, ਲੋਕ ਥੱਕ ਚੁੱਕੇ ਆ। ਐਡੀ ਤੇ ਪਿਆਰ ਨਾਲ ਫਸਲ ਪਾਲਦਾ ਬੰਦਾ ਤੇ ਫਿਰ ਲੈ ਕੇ ਆਉਂਦਾ ਮੰਡੀਆਂ ਦੇ ਵਿੱਚ ਤੇ ਇਦਾਂ ਰੁਲਣ ਤੋਂ ਅੱਗੇ ਆਸ ਵੀ ਨਹੀਂ ਦਿਖ ਰਹੀ ਹੈਗੀ। ਤੁਸੀਂ ਘੱਟੋ ਘੱਟ ਜੇ ਹੋਵੇ ਸਾਡੀ ਫਸਲ ਕੱਲ ਚੱਕੀ ਜਾਊਗੀ ਅੱਜ ਮੰਡੀ 'ਚ ਰਾਤ ਨੂੰ ਕੱਢ ਲੈਂਦਾ ਬੰਦਾ ਪਰ ਜੇ ਐਂ ਲੱਗੇ ਕੋਈ ਆਸ ਵੀ ਨਹੀਂ ਦਿਖ ਰਹੀ ਹੈਗੀ ਵੀ ਕਦੋਂ ਚੱਕੀ ਜਾਣੀ ਆ ਕੀ ਹੋਣਾ, ਕਿਸੇ ਤਰੀਕੇ ਦਾ ਕੋਈ ਵਿਸ਼ਵਾਸ ਨਹੀਂ ਦਵਾਇਆ। ਅੱਜ ਸਾਰੇ ਮੰਡੀ ਦੇ ਆੜ੍ਹਤੀਏ ਕਿਸਾਨ ਯੂਨੀਅਨ ਵਾਲੇ ਵੱਖੋ ਵੱਖਰੀ ਪਾਰਟੀਆਂ ਵਾਲੇ ਸਾਰੇ ਇੱਥੇ ਬੈਠੇ ਆ। ਅਸੀਂ ਮੈਂ ਸਮਝਦਾ ਵੀ ਇੱਥੇ ਇੰਦਰਜੀਤ ਸਿੰਘ ਸੰਧੂ ਹੁਣੀ ਵੀ ਬੈਠੇ ਨੇ ਤੇ ਲਾਡਾ ਜੀ ਬੈਠੇ ਨੇ, ਸਰਦਾਰ ਗੁਰਮੇਲ ਸਿੰਘ ਜੀ। ਮੈਂ ਤੁਹਾਨੂੰ ਇੱਕ ਦੱਸਦਾ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਨੌਜਵਾਨ ਭਤੀਜੇ ਦੀ ਡੈਥ ਹੋ ਜਾਂਦੀ ਆ। 8 ਦਿਨ ਤੋਂ ਪਰਿਵਾਰ ਮੰਡੀ 'ਚ ਬੈਠਾ ਆਪਣੀ ਕਣਕ ਵੇਚਣ ਵਾਸਤੇ। ਸ਼ਰਮ ਨਹੀਂ ਆਉਂਦੀ ਹੈਗੀ ਯਾਰ ਇਹਨਾਂ ਨੂੰ? 8 ਦਿਨ ਤੋਂ ਪਰਿਵਾਰ ਇੱਥੇ ਬੈਠਾ ਮੰਡੀ 'ਚ। ਹਰ ਰੋਜ਼ ਲਾਰਾ ਲਾਰੇ ਤੇ ਲਾਰਾ ਕਦੋਂ ਤੱਕ ਚੱਲੂਗਾ? ਸੋ ਅੱਜ ਅੱਕ ਕੇ ਮੈਂ ਸਮਝਦਾ ਸਨੌਰ ਵਾਲਿਆਂ ਨੂੰ ਇਹ ਕਦਮ ਜਿਹੜਾ ਚੱਕਣਾ ਪਿਆ
ਸਾਰੀ ਰਾਤ ਜਿਹੜਾ ਹੈਗਾ ਇੱਥੇ ਬੈਠਣ ਦਾ ਪਲਾਨ ਹੈ, ਕਿਉਂਕਿ ਹਜੇ ਤੱਕ ਸਰਕਾਰ ਵੱਲੋਂ ਕੋਈ ਵਿਸ਼ਵਾਸ ਹੀ ਨਹੀਂ ਦਿਵਾਇਆ ਗਿਆ ਹੈਗਾ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਇੱਥੇ ਬੈਠ ਗਏ। ਕਿਸਾਨ ਯੂਨੀਅਨ ਤੋਂ ਵੀ ਲੋਕ ਬੈਠੇ ਹੋਏ ਨੇ, ਗੱਲਬਾਤ ਉਹਨਾਂ ਦੇ ਨਾਲ ਕਰ ਲੈਣੇ ਕਿਉਂਕਿ ਕਿਸਾਨਾਂ ਦਾ ਸਿੱਧਾ ਤਾਲੁਕ ਹੈ। ਕੀ ਕਹੋਗੇ ਜੀ, ਜਿਸ ਤਰ੍ਹਾਂ ਕਿ ਅੱਜ ਤੁਸੀਂ ਇੱਥੇ ਧਰਨਾ ਦੇ ਕੇ ਬੈਠ ਗਏ ਹੋ, ਕਿੰਨੀਆਂ ਕੁ ਦਿੱਕਤਾਂ ਆ ਰਹੀਆਂ? ਸਰਕਾਰ ਤਾਂ ਕਹਿੰਦੀ ਹੈ ਅਸੀਂ ਸਾਰਾ ਕੁਝ ਕਰ ਰਹੇ ਹਾਂ, ਅਸੀਂ ਟੂਟੀਆਂ ਤੱਕ ਲਾ ਰਹੇ ਹਾਂ, ਸੈਨੀਟਾਈਜ਼ਰ ਦੇ ਰਹੇ ਹਾਂ, ਪਾਸ ਦੇ ਰਹੇ ਹਾਂ, ਤੇ ਤੁਸੀਂ ਅੱਜ ਧਰਨਾ ਦੇ ਰਹੇ ਹੋ, ਇੱਥੇ ਪੁਲ ਦੇ ਉੱਤੇ ਬੈਠੇ ਹੋ, ਕਰਫਿਊ ਵੀ ਲੱਗ ਚੁੱਕਿਆ ਉਸ ਤੋਂ ਬਾਅਦ ਵੀ। बिल्कुल कोई प्रबंध नहीं सरकार का, बेईमान सरकार है जी। हाँ, जिमीदार नू अकारी है थकारी है। ये बस 11 बजे दे बैठे हैं, कोई अफसर नहीं आया, किसी ने सार नहीं ली। तो डीसी किन्नी की दूर है, 5-7 किले होगा, आधा किलोमीटर होगा। उन्होंने हाल तो सुने भी इतने धरना आड़तियां दा किसानां दा, समका आड़तियां से पुआड़े पवा दिए अपना ਸਿੱਧੀ ਪੇਮੈਂਟ ਕਦੇ ਸਾਨੇ ਮੰਗ ਨਹੀਂ ਕੀਤੀ, ਸਿੱਧੀ ਪੇਮੈਂਟ ਦੀ। ਬਿਲਕੁਲ ਜੀ, ਜਿਹੜੀ ਮੰਗ ਨਹੀਂ ਕੀਤੀ ਉਹ ਚੀਜ਼ ਦਿੱਤੀ ਜਾ ਰਹੀ ਹੈ। ਸੋ ਇੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਹੋਰ ਵੀ ਪਾਰਟੀਆਂ ਤੋਂ ਜਿਹੜੇ ਹੈ ਨੁਮਾਇੰਦੇ ਆਏ ਹੋਏ ਆ, ਆਮ ਆਦਮੀ ਪਾਰਟੀ ਤੋਂ ਆਏ ਹੋਏ ਨੇ, ਸਾਰੀਆਂ ਹੀ ਪਾਰਟੀਆਂ ਇਕੱਠੀਆਂ ਹੋਈਆਂ ਬੈਠੀਆਂ ਕਿਸਾਨ ਦੇ ਹਿੱਤ ਦੇ ਵਿੱਚ। ਪਰ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈ ਉਹ ਕਿਸਾਨ ਨੂੰ ਯਾਦ ਨਹੀਂ ਕਰ ਰਹੀ, ਜਾਂ ਫਿਰ ਕਿਸਾਨ ਨੂੰ ਭੁੱਲ ਚੁੱਕੀ ਹੈ, ਕਿਉਂਕਿ ਹਜੇ ਵੋਟਾਂ ਨੂੰ ਟਾਈਮ ਪਿਆ। ਕੀ ਕਹੋਗੇ ਜੀ, ਆਮ ਆਦਮੀ ਪਾਰਟੀ ਤੋਂ ਕਿਸਾਨਾਂ ਦੇ ਨਾਲ ਬੈਠੇ ਹੋ? 12-13 ਦਿਨ ਤੋਂ ਲਗਾਤਾਰ ਜਿਹੜਾ ਮੰਡੀਆਂ ਦੇ ਵਿੱਚ ਇਹ ਜਿਹੜਾ ਵਾਤਾਵਰਨ ਬਣਿਆ ਹੋਇਆ ਹੈ, ਤੁਸੀਂ ਵੇਖਿਆ ਹੈ ਕਿ ਬਾਰਦਾਨਾ ਪਹੁੰਚ ਨਹੀਂ ਰਿਹਾ। ਔਰ ਵੈਸੇ ਤਾਂ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਸਰਕਾਰਾਂ ਦਾ ਫਰਜ਼ ਬਣਦਾ ਹੈ ਉਹ ਲੋਕਾਂ ਨੂੰ ਦੇਣਾ। ਮੰਡੀਆਂ ਦੇ ਵਿੱਚ ਆਪਾਂ ਅਕਸਰ ਮੰਗ ਕਰਦੇ ਹਾਂ ਕਿ ਪਾਣੀ ਦੀ ਜਿਹੜੀ ਹੈ ਨੀਡਸ ਉਹ ਪੂਰੀ ਹੋਣੀ ਚਾਹੀਦੀ ਹੈ। ਉੱਥੇ ਆਰਾਮ ਘਰ ਹੋਣੇ ਚਾਹੀਦੇ ਨੇ ਜਿਹੜੇ ਮਜ਼ਦੂਰਾਂ ਦੇ ਵਾਸਤੇ, ਔਰ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਦੇ ਵਾਸਤੇ ਆਰਾਮ ਘਰ ਹੋਣੇ ਚਾਹੀਦੇ ਨੇ, ਔਰ ਸ਼ੈੱਡ ਹੋਣੇ ਚਾਹੀਦੇ ਨੇ ਪ੍ਰੋਪਰ। ਤੁਸੀਂ ਵੇਖਿਆ ਕਿ ਆ ਜਿਹੜੀਆਂ ਜਿਹਨਾਂ ਨੂੰ ਆਪਾਂ ਕੱਚੀਆਂ ਮੰਡੀਆਂ ਕਹਿੰਦੇ ਆ, ਇਹਨਾਂ ਦੇ ਵਿੱਚ ਅਜਿਹਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਹੈ ਨਹੀਂ। ਲੈਟਰੀਨਾਂ ਦਾ ਪ੍ਰਬੰਧ ਨਹੀਂ ਹੈਗਾ। ਜਿਹੜੀਆਂ ਬੀਬੀਆਂ, ਜਿਹੜੇ ਮਜ਼ਦੂਰ ਜਿਹੜੇ ਲਗਾਤਾਰ ਉੱਥੇ ਕੰਮ ਕਰਦੇ ਨੇ, ਉਹਨਾਂ ਵਾਸਤੇ ਪਖਾਨੇ ਨਹੀਂ ਬਣੇ ਹੋਏ। ਔਰ ਇਹ ਤਾਂ ਬਹੁਤ ਦੂਰ ਦੀ ਗੱਲ। ਔਰ ਜਿਹੜੀ ਬਾਰਦਾਨੇ ਦੀ ਗੱਲ, ਜਿਹੜਾ ਦਾਣੇ ਜਿਹੜੇ ਉਹ ਪਾ ਕੇ ਤੇ ਉਹ ਸੈਲਰਾਂ ਦੇ ਵਿੱਚ ਜਾਣੇ ਨੇ, ਉਹ ਬਾਰਦਾਨਾ ਹੀ ਨਹੀਂ ਜਦੋਂ ਪਹੁੰਚਿਆ ਹੈਗਾ, ਤਾਂ ਫਿਰ ਤੁਸੀਂ ਉਦੋਂ ਵੱਡੀ ਉਮੀਦ ਤੁਸੀਂ ਸਰਕਾਰ ਤੋਂ ਕੀ ਕਰ ਸਕਦੇ ਹੋ? ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਉਹ ਮੋਦੀ ਸਰਕਾਰ ਦੀ ਬਿਲਕੁਲ ਕਾਪੀ ਬਣ ਚੁੱਕੀ ਹੈ। ਉਹ ਕਾਰਪੋਰੇਟ ਘਰਾਣਿਆਂ ਦੀ ਬਿਲਕੁਲ ਉਵੇਂ ਗੁਲਾਮ ਬਣ ਚੁੱਕੀ ਹੈ। ਜਿਵੇਂ ਮੋਦੀ ਸਰਕਾਰ ਦੀਆਂ ਇੰਸਟਰਕਸ਼ਨ ਨੇ, ਸ਼ਾਇਦ ਕੈਪਟਨ ਸਰਕਾਰ ਵੀ ਬਿਲਕੁਲ ਹੂਬਹੂ ਉਸੇ ਰਾਹ ਤੇ ਚੱਲ ਪਈ ਹੈ। ਔਰ ਤੁਸੀਂ ਵੇਖਿਆ ਕਿ ਜਿਵੇਂ 4350 ਕਰੋੜ ਰੁਪਏ ਦੇ ਪਿੱਛੇ ਜਿਹੜੇ ਟੈਂਡਰ ਬਿਜਲੀ ਸਪਲਾਈ ਦਾ ਜਿਹੜਾ ਅਡਾਨੀ ਨੂੰ ਦਿੱਤਾ ਗਿਆ ਸੀ, ਔਰ ਇਸੇ ਤਰ੍ਹਾਂ ਗੈਸ ਪਾਈਪਲਾਈਨ ਦੀ ਜਿਹੜੀ ਗੱਲ ਚੱਲ ਰਹੀ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਡਾਨੀ ਅੰਬਾਨੀ ਨੂੰ ਜੀਓ ਦੀਆਂ ਸਿੰਮਾਂ ਤੁਸੀਂ ਵੇਖਿਆ ਸੀ ਕਿ ਜਾਰੀ ਕਰਨ ਵਾਸਤੇ ਉਹਨਾਂ ਨੂੰ ਬਿਜਲੀ ਬੋਰਡ ਅਧਿਕਾਰੀਆਂ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਇੰਸਟਰਕਸ਼ਨ ਕਰ ਦਿੱਤੀਆਂ ਗਈਆਂ ਸੀ। ਸੋ ਇਸ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੋਦੀ ਦੀ ਰਾਹ ਤੇ ਚੱਲੀ ਹੋਈ ਹੈ, ਪੂਰੀ ਤਰ੍ਹਾਂ ਉਹਨਾਂ ਦੇ ਥੱਲੇ ਲੱਗ ਚੁੱਕੀ ਹੈ। ਔਰ ਇੱਥੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਤੁਸੀਂ ਜਿਹੜੀ ਬਾਰਦਾਨੇ ਦੀ ਕਮੀ ਨੂੰ ਲੈ ਕੇ ਜਿਹੜੀਆਂ ਇੱਥੇ ਆੜਤੀ ਐਸੋਸੀਏਸ਼ਨ ਔਰ ਆੜਤੀਆਂ ਦਾ ਤੁਸੀਂ ਵੇਖੋ, ਇਹ ਵਰਗ ਉਹ ਵਰਗ ਹੈ ਜਿਹੜਾ ਕਦੇ ਆਪਣੀ ਕੁਰਸੀ ਤੇ ਬਹਿ ਕੇ ਜਿਹੜਾ ਕੰਮ ਕਰਿਆ ਕਰਦਾ ਸੀ। ਔਰ ਪਹਿਲੀ ਦਫਾ ਤੁਸੀਂ ਇਹਨੂੰ ਵੇਖਿਆ ਹੋਊਗਾ, ਕਿਸਾਨਾਂ ਨੂੰ ਤਾਂ ਤੁਸੀਂ ਵੇਖਿਆ ਕਿ ਉਹ ਧਰਨਿਆਂ ਦੇ ਉੱਤੇ ਬਹਿੰਦੇ ਸਨ, ਮੁਲਾਜ਼ਮਾਂ ਨੂੰ ਤੁਸੀਂ ਵੇਖਿਆ ਕਿ ਉਹ ਧਰਨਿਆਂ ਦੇ ਉੱਪਰ ਬਹਿੰਦੇ ਸਨ, ਹੋਰ ਮਜ਼ਦੂਰ ਵਰਗ ਬਹਿੰਦਾ ਸੀ, ਹੋਰ ਬਾਕੀ ਜਿਹੜੇ ਆਪਣੇ ਸਮਾਜ ਦੇ ਵਰਗ ਨੇ ਉਹ ਧਰਨਿਆਂ ਦੇ ਉੱਪਰ ਬਹਿੰਦੇ ਸਨ। ਪਰ ਜਿਹੜੇ ਆੜਤੀ ਵਰਗ ਹੈ, ਇਹ ਪਹਿਲੀ ਵਾਰ ਤੁਸੀਂ ਵੇਖਿਆ ਹੈ ਕਿ ਆਹ ਨਦੀ ਦੇ ਪੁਲ ਦੇ ਉੱਪਰ ਇੱਥੇ ਬੈਠਾ ਹੋਇਆ ਹੈ। ਇਹਦੂ ਸ਼ਰਮਨਾਕ ਕੋਈ ਗੱਲ ਕੋਈ ਹੋ ਨਹੀਂ ਸਕਦੀ, ਜਿਹਨੂੰ ਆਪਾਂ ਇਹ ਬਿਲਕੁਲ ਉਹੀ ਗੱਲ ਹੈ ਜਿਵੇਂ ਉੱਤੋਂ ਕਿਹਾ ਜਾ ਰਿਹਾ ਸੀ ਕਿ ਵਿਚੋਲੀਏ ਨੂੰ ਆਪਾਂ ਵਿੱਚੋਂ ਕੱਢ ਦੇਣਾ ਹੈ। ਤਾਂ ਇਹ ਸਮਝ ਲਓ ਕਿ ਵਿਚੋਲੀਏ ਨੂੰ ਕੱਢਣ ਦੀ ਜਿਹੜੀ ਪਹਿਲ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰ ਦਿੱਤੀ ਗਈ ਹੈ, ਇਹ ਅਤੀ ਨਿੰਦਣਯੋਗ ਹੈ, ਬਹੁਤ ਮੰਦਭਾਗੀ ਗੱਲ ਹੈ। ਬਿਲਕੁਲ ਜੀ, ਕਿਸਾਨ ਜੇਕਰ ਆਪਣੀ ਫਸਲ ਮੰਡੀ ਸਿੱਟ ਕੇ ਇੱਥੇ ਧਰਨੇ ਲਾਊਗਾ ਤਾਂ ਇਹ ਨਿੰਦਣਯੋਗ ਗੱਲ ਹੈ ਹੀ ਹੈ। ਸੋ ਜਿਸ ਮੰਡੀ ਦੀ ਇਹ ਗੱਲ ਕਰ ਰਹੇ, ਇਸ ਮੰਡੀ ਦੀ 2 ਅਕਤੂਬਰ ਪਿਛਲੀ 2 ਅਕਤੂਬਰ ਨੂੰ ਮੈਂ ਵੀ ਇੱਕ ਖਬਰ ਕੀਤੀ ਸੀ, ਜਿਸ ਦੇ ਵਿੱਚ ਕਿ ਇੱਕ ਪਾਸੇ ਸਵੱਛ ਭਾਰਤ ਦਾ ਅਭਿਆਨ ਚੱਲ ਰਿਹਾ ਸੀ ਤੇ ਦੂਜੇ ਪਾਸੇ ਇਸ ਮੰਡੀ ਦੀ ਸਾਰੀ ਲੇਬਰ ਸਵੇਰੇ ਬੋਤਲਾਂ ਹੱਥਾਂ ਦੇ ਵਿੱਚ ਚੱਕ ਕੇ ਖੇਤਾਂ ਦੇ ਵਿੱਚ ਜਾਂਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਇੱਥੇ ਪ੍ਰਬੰਧ ਹੈ ਉਹ ਦੇਖਣ ਨੂੰ ਮਿਲਦਾ। ਸੋ ਇਸ ਪ੍ਰਬੰਧ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ। ਪਰ ਅੱਜ ਵੱਡੀ ਸਮੱਸਿਆ ਹੈ ਬਾਰਦਾਨੇ ਦੀ, ਜਿਸ ਬਾਰਦਾਨੇ ਦੇ ਵਿੱਚ ਅਨਾਜ ਨੇ ਭਰਨਾ ਅਨਾਜ ਨੂੰ ਔਰ ਅਨਾਜ ਨੇ ਅੱਗੇ ਜਾਣਾ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਆਖਰ ਕਦੋਂ ਇਹਨਾਂ ਦੀ ਸਮੱਸਿਆ ਸੁਣੀ ਜਾਏਗੀ, ਕਦੋਂ ਬਾਰਦਾਨਾ ਮਿਲੇਗਾ ਤੇ ਕਦੋਂ ਇੱਥੇ
ਕਿਸਾਨ ਆਪਣਾ ਧਰਨਾ ਖਤਮ ਕਰੇਗਾ। ਐਮਐਲਏ ਸਾਹਿਬ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਕਦੋਂ ਤੱਕ ਇਹ ਧਰਨਾ ਇਸ ਤਰ੍ਹਾਂ ਜਾਰੀ ਰਹੂਗਾ, ਜਦੋਂ ਤੱਕ ਮੰਗ ਨਹੀਂ ਮੰਨੀ ਜਾਊਗੀ, ਜਾਂ ਫਿਰ ਉਸ ਤੋਂ ਪਹਿਲਾਂ ਵੀ ਕੋਈ ਜੇਕਰ ਆਸ਼ਵਾਸਨ ਦਿੰਦਾ ਤੇ ਖਤਮ ਹੋ ਜਾਊਗਾ? ਦੇਖੋ ਹਜੇ ਤਾਂ ਪਹਿਲਾਂ ਹੀ ਕਿਵੇਂ ਆਪਾਂ ਇਹਦੀ ਭਵਿੱਖਬਾਣੀ ਕਰ ਦਈਏ। ਅਸੀਂ ਤਾਂ ਸਾਰੀ ਰਾਤ ਇੱਥੇ ਰਹਿਣ ਦਾ, ਜਿੰਨੇ ਬੈਠੇ ਆ ਉੱਥੇ ਮੇਰੇ ਖਿਆਲ ਵਿੱਚ ਹਰ ਇੱਕ ਹੱਥ ਖੜੇ ਕਰਕੇ ਕਹਿ ਦਿਓ ਜੀ, ਨਾਰਾ ਲਾ ਦਿਓ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਇਹ ਸਾਰੀ ਸਨੌਰ ਬੋਲ ਰਹੀ ਆ, ਸਨੌਰ ਦੀ ਸਮੁੱਚੀ ਮੰਡੀ ਬੋਲ ਰਹੀ ਆ। ਸਾਰੀ ਰਾਤ ਇੱਥੇ ਬੈਠਣ ਵਾਸਤੇ ਆਪਣਾ ਸਮਾਨ ਇੰਤਜ਼ਾਮ ਕਰਕੇ ਲੈ ਕੇ ਆਏ ਆ। ਬਾਕੀ ਸਰਕਾਰ ਦਾ ਜਦੋਂ ਕੋਈ ਆਊਗਾ ਉਦੋਂ ਦੇਖਾਂਗੇ ਵੀ ਕੀ ਕਹਿੰਦੇ ਆ। ਪਰ ਹੁਣ ਤਾਂ ਚਲੋ ਰਾਤ ਨੂੰ ਤਾਂ ਖਰੀਦ ਕੀ ਹੋਣੀ ਆ, ਪਰ ਕੋਈ ਲੱਗਦਾ ਵੀ ਨਹੀਂ ਹੈਗਾ, ਕਿਉਂਕਿ ਡੀਐਮ ਜਿਹੜੇ ਦਿਨ ਚ ਆਏ ਸੀਗੇ ਦੋਵੇਂ ਹੱਥ ਖੜੇ ਕਰ ਗਏ ਵੀ ਸਾਡੇ ਕੋਲੇ ਖਰੀਦ ਦਾ ਕੋਈ ਇੰਤਜ਼ਾਮ ਨਹੀਂ ਹੈਗਾ। ਜੀ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਦੇਖਿਆ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਪੁਲ ਦੇ ਉੱਤੇ ਬੈਠੀਆਂ। ਕਾਰਨ ਕੀ ਹੈ? ਕਿਸਾਨ ਨੂੰ ਉਸ ਦਾ ਹੱਕ ਦਿਵਾਉਣ ਦਾ। ਉਸ ਤੋਂ ਬਾਅਦ ਪਹਿਲੀ ਵਾਰ ਆੜਤੀ ਐਸੋਸੀਏਸ਼ਨਾਂ ਦੇ ਲੋਕ ਧਰਨੇ ਦੇ ਉੱਤੇ ਆਏ ਆ, ਕਿਉਂਕਿ ਹੁਣੇ ਦੱਸ ਰਹੇ ਸੀ ਕਿ ਬਾਕੀ ਲੋਕ ਤਾਂ ਧਰਨੇ ਲਗਾਉਂਦੇ ਰਹਿੰਦੇ ਆ, ਪਰ ਆੜਤੀ ਸਿਰਫ ਕੁਰਸੀਆਂ ਤੇ ਜਾਂ ਦੁਕਾਨਾਂ ਤੇ ਬੈਠ ਕੇ ਕੰਮ ਕਰਦੇ ਆ, ਕਿਉਂਕਿ ਉਹਨਾਂ ਦਾ ਕੰਮ ਹਿਸਾਬ ਕਿਤਾਬ ਤੇ ਲੈਣ ਦੇਣ ਦਾ ਹੀ ਹੁੰਦਾ। ਪਰ ਪਹਿਲੀ ਵਾਰ ਉਹਨਾਂ ਨੂੰ ਵੀ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਤੇ ਉਹ ਧਰਨਾ ਲਾ ਕੇ ਬੈਠੇ ਆ। ਦੇਖਣਾ ਇਹ ਹੋਵੇਗਾ ਕਦੋਂ ਕਿਸਾਨ ਸੌਖਾ ਹੋਊਗਾ, ਕਦੋਂ ਉਸ ਦੀ ਪੁੱਤਾਂ ਵਾਂਗ ਪਾਲੀ ਫਸਲ ਜਿਹੜੀ ਹੈ ਉਸ ਦੇ ਥਾਂ ਤੇ ਲੱਗੂਗੀ ਤੇ ਉਸ ਨੂੰ ਉਸ ਦਾ ਜਿਹੜਾ ਬਣਦਾ ਪੱਤਾ ਜਾਂ ਹੱਕ ਹੈ ਉਹ ਮਿਲੂਗਾ। ਕੈਮਰਾਮੈਨ ਸੰਦੀਪ ਦੇ ਨਾਲ ਅਨੁਰਾਗ ਸ਼ਰਮਾ, ਪਟਿਆਲਾ ਤੋਂ।